ਸਰ ਸਿੱਖਿਆ ਨੀਤੀ ਦੀ ਜੇ ਗੱਲ ਕਰੀਏ, ਸਿੱਖਿਆ ਇੱਕ ਜ਼ਰੂਰੀ ਅੰਗ ਬਣ ਜਾਂਦਾ ਹੈ ਮਨੁੱਖ ਦਾ, ਕਿਉਂਕਿ ਇਹ ਸਿੱਖਿਆ ਹੀ ਉਹ ਮਾਪਦੰਡ ਹੁੰਦਾ ਹੈ ਜੋ ਸਾਨੂੰ ਦੱਸਦਾ ਹੈ ਕਿ ਕੀ ਸਹੀ ਹੈ ਕੀ ਗਲਤ ਹੈ। ਪਰ ਸਿੱਖਿਆ ਨੀਤੀ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗੀ ਕਿ ਕਿਸ ਤਰੀਕੇ ਦੀ ਹੁੰਦੀ ਹੈ, ਹੋਣੀ ਚਾਹੀਦੀ ਹੈ। ਦੇਖੋ ਬੇਟਾ, ਸਿੱਖਿਆ ਨੀਤੀ ਬੇਸਿਕਲੀ ਮੇਰਾ ਮੰਨਣਾ ਹੈ ਕਿ ਸਾਡੇ ਦੋ ਚੀਜ਼ਾਂ ਅਸੀਂ ਹਰ ਇੱਕ ਸਟੂਡੈਂਟ ਦੇ ਵਿੱਚ ਚਾਹੁੰਦੇ ਹਾਂ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਬੱਚਾ ਹੈ, ਘਰ ਦੇ ਵਿੱਚ ਇੱਕ ਬੱਚਾ ਹੈ, ਜਦੋਂ ਅਸੀਂ ਉਹਨੂੰ ਉਸ ਤੋਂ ਇਲਾਵਾ, ਬੱਚਾ ਹੋਣ ਤੋਂ ਇਲਾਵਾ ਵਿਦਿਆਰਥੀ ਬਣਾਉਂਦੇ ਹਾਂ, ਤਾਂ ਉਹਦਾ ਮਤਲਬ ਇਹ ਹੁੰਦਾ ਕਿ ਅਸੀਂ ਉਹਦੇ ਵਿੱਚ ਸੈਂਸ ਆਫ ਕੁਐਰੀ ਪੈਦਾ ਕਰੀਏ। ਹੁਣ ਜੇ ਸਿਆਸੀ ਹਾਲਾਤ ਹੋਰ ਤਰ੍ਹਾਂ ਦੇ ਨੇ, ਪਰ ਸਾਡੀ ਜਿਹੜੀ ਸਿੱਖਿਆ ਨੀਤੀ ਹੈ ਉਹਨੂੰ ਕੰਸੀਡਰ ਨਹੀਂ ਕਰਦੀ, ਜਾਂ ਅਸੀਂ ਫਿਊਚਰ ਵਿੱਚ ਕੀ ਹੋਏਗਾ, ਭਵਿੱਖ ਵਿੱਚ ਕੀ ਹੋਣਾ ਹੈ, ਇਹ ਜੇ ਪਹਿਲਾਂ ਚੰਗੀ ਤਰ੍ਹਾਂ ਸੋਚ ਕੇ ਨਹੀਂ ਕੀਤਾ ਗਿਆ, ਜਾਂ ਜਿਹੜੇ ਅਸੀਂ ਭਵਿੱਖ ਵਿੱਚ ਫੈਸਲੇ ਲਏ ਉਦੋਂ ਇਹ ਨਹੀਂ ਸੋਚਿਆ ਕਿ ਅਸੀਂ ਹੁਣ ਤੇ ਫੈਸਲਾ ਲੈ ਰਹੇ ਹਾਂ, ਪਰ ਕੀ ਸਾਡੇ ਜਿਨ੍ਹਾਂ ਨੂੰ ਅਸੀਂ ਵਿਦਿਆਰਥੀਆਂ ਨੂੰ ਕਹਿੰਦੇ ਹਾਂ ਕਿ ਸਾਡਾ ਭਵਿੱਖ ਹਨ, ਉਹ ਇੱਥੇ ਆਉਣਗੇ ਤੇ ਕੀ ਕਰਨਗੇ। ਕੀ ਲੱਗਦਾ ਹੈ ਕਿ ਕਿੱਥੇ ਸਭ ਤੋਂ ਵੱਡੀ ਕਮੀ ਰਹਿ ਗਈ ਹੈ ਜਾਂ ਸਭ ਤੋਂ ਵੱਡੀ ਖੂਬੀ ਹੈ? ਜੇ ਦੋ ਐਸਪੈਕਟਸ ਦੀ ਗੱਲ ਕਰੀਏ, ਸਭ ਤੋਂ ਵੱਡੀ ਖੂਬੀ ਕੀ ਹੈ ਤੇ ਸਭ ਤੋਂ ਵੱਡੀ ਕਮੀ ਉਸ ਸਿੱਖਿਆ ਨੀਤੀ ਦੇ ਵਿੱਚ ਕੀ ਹੈ? ਤੁਹਾਡੇ ਵੈਸੇ ਤਾਂ ਸਵਾਲ ਦੇ ਵਿੱਚ ਹੀ ਗੱਲ ਛੁਪੀ ਹੋਈ ਹੈ। ਇੱਕ ਪ੍ਰਧਾਨ ਮੰਤਰੀ ਜਾਂ ਇੱਕ ਪਾਰਟੀ ਜੇ ਸਿੱਖਿਆ ਨੀਤੀ ਅਨਾਉਂਸ ਕਰ ਰਹੀ ਹੈ ਤਾਂ ਇਹਦਾ ਮਤਲਬ ਉਹ ਇੱਕ ਪ੍ਰਧਾਨ ਮੰਤਰੀ ਜਾਂ ਇੱਕ ਪਾਰਟੀ ਦੀ ਹੀ ਸੋਚ ਹੋਏਗੀ। ਨਹੀਂ, ਸਿੱਖਿਆ ਨੀਤੀ ਸਾਰੇ ਸਮਾਜ ਦੀ ਹੁੰਦੀ ਹੈ। ਉਹ ਸਮਾਜ ਦੇ ਵੱਖੋ ਵੱਖ ਐਸਪੈਕਟਸ ਲਈ ਜਿਹੜਾ ਪੱਖ ਨੇ ਜਿਹੜੇ ਉਹਦੇ ਵਿੱਚ ਕੈਟਰ ਕਰਨ ਵਾਲੇ ਹੋਣੇ ਚਾਹੀਦੇ ਨੇ। ਦੂਸਰੀ ਗੱਲ, ਜਿਹੜੀ ਪਹਿਲਾਂ ਸਿੱਖਿਆ ਨੀਤੀ ਸੀ, ਨਵੀਂ ਸਿੱਖਿਆ ਨੀਤੀ ਕੀ ਉਸ ਦਾ ਅਗਲਾ ਸਟੈਪ ਹੈ? ਅਸੀਂ ਪਿਛਲੀ ਸਿੱਖਿਆ ਨੀਤੀ ਨਾਲ ਜੋ ਅਚੀਵ ਕਰਨਾ ਚਾਹੁੰਦੇ ਸੀ, ਜੋ ਆਬਜੈਕਟਿਵ ਸੀ, ਉਹ ਪੂਰੇ ਕਰ ਲਏ। ਜੇ ਉਹ ਪੂਰੇ ਕਰ ਲਏ ਨੇ ਫਿਰ ਤੇ ਅਗਲੇ ਸਟੈਪ ਦੀ ਲੋੜ ਹੈ। ਜੇ ਹਲੇ ਉਹੀ ਆਬਜੈਕਟਿਵਸ ਪੂਰੇ ਨਹੀਂ ਹੋਏ ਤਾਂ ਨਵੀਂ ਸਿੱਖਿਆ ਨੀਤੀ ਕੀ ਕੈਟਰ ਕਰੇਗੀ? ਸਾਰਾ ਕੁਝ ਸਕੂਲਾਂ ਵਿੱਚ ਨਹੀਂ ਸਿਖਾਇਆ ਜਾ ਸਕਦਾ। ਜੇ ਮਿਰਜ਼ਾ ਸਾਹਿਬਾਂ ਨੂੰ ਲੈ ਕੇ ਦੌੜ ਗਿਆ ਸੀ ਤੇ ਮਾਰਿਆ ਵੀ ਗਿਆ ਸੀ, ਤੇ ਇਹ ਵੀ ਤੇ ਉਹਨਾਂ ਨੇ ਪੜ੍ਹਿਆ ਹੀ ਹੋਏਗਾ। ਇਹ ਨਹੀਂ ਗੱਲਾਂ ਹੁੰਦੀਆਂ, ਇਸ ਤਰ੍ਹਾਂ ਦੀਆਂ ਨਹੀਂ ਹੁੰਦੀਆਂ। ਜਿਹੜਾ ਉਹ ਕਿੱਸੇ ਸੀਗੇ ਜਿਹੜੇ, ਉਹ ਉਸ ਜ਼ਮਾਨੇ ਵਿੱਚ ਐਂਟਰਟੇਨਮੈਂਟ ਦਾ ਸਾਧਨ ਕੋਈ ਨਹੀਂ ਸੀ, ਔਰ ਜੇ ਬਹੁਤ ਡੂੰਘਾਈ ਨਾਲ ਦੇਖੀਏ ਤਾਂ ਉਹਨਾਂ ਕਿੱਸਿਆਂ ਦੇ ਵਿੱਚ ਬਹੁਤ ਵਧੀਆ ਲੈਸਨ ਹੁੰਦਾ ਸੀ, ਬੜਾ ਵਧੀਆ ਉਹਦਾ ਵਿੱਚ ਉਹ ਸਿੱਖਿਆ ਦਿੱਤੀ ਗਈ ਹੁੰਦੀ ਸੀ। ਕੀ ਲੱਗਦਾ ਹੈ ਕਿ ਇਸ ਦੇ ਨਾਲ ਵਾਕਈ ਪੜ੍ਹਾਈ ਹੋਈ ਹੈ ਜਾਂ ਫਿਰ ਵਿਅਕਤੀਗਤ ਤੌਰ ਤੇ ਸਮਾਜ ਬੁੱਧੀ ਦੇ ਤੌਰ ਤੇ ਬੱਚੇ ਪਿੱਛੇ ਜਾ ਰਹੇ ਨੇ, ਜਾਂ ਫਿਰ ਸਿਰਫ ਇੱਕ ਰਵਾਇਤ ਪੁਗਾਈ ਜਾ ਰਹੀ ਹੈ, ਜਾਂ ਵਾਕਈ ਸੀਰੀਅਸਨੈਸ ਦੇ ਨਾਲ ਵਿਦਿਆਰਥੀ ਵੀ ਪੜ੍ਹ ਰਹੇ ਨੇ ਔਰ ਅਧਿਆਪਕ ਵੀ ਪੜ੍ਹਾ ਰਹੇ ਨੇ? ਨਹੀਂ, ਕਰੋਨਾ ਕਾਲ ਦੇਖੋ ਇੱਕ ਉਹ ਇਹੋ ਜਿਹਾ ਸਮਾਂ ਸੀ ਜਿਹਦੇ ਵਾਸਤੇ ਅਸੀਂ ਪ੍ਰੀਪੇਅਰਡ ਨਹੀਂ ਸੀ। ਜੋ ਤਰੀਕਾ ਲੱਭਿਆ ਉਸ ਤਰੀਕੇ ਨਾਲ ਅਸੀਂ ਕੁਝ ਗੱਲਾਂ ਕੀਤੀਆਂ, ਕੁਝ ਕੰਮ ਕੀਤੇ। ਪੜ੍ਹਨਾ ਵੀ ਉਹਦੇ ਵਿੱਚ ਇੰਝ ਹੀ ਆਉਂਦਾ ਹੈ। ਜਿਹੜੇ ਢੰਗਾਂ ਨਾਲ ਪੜ੍ਹਾਈ ਕਰਨਾ, ਜਾਂ ਜਿਹੜੀਆਂ ਚੀਜ਼ਾਂ ਨੂੰ ਦੀ ਵਰਤੋਂ ਅਸੀਂ ਸੋਸ਼ਲ ਮੀਡੀਆ ਦੀ ਤੇ ਹੋਰ ਸਾਰੀ ਵਰਤੋਂ ਵਾਸਤੇ ਵਿਦਿਆਰਥੀਆਂ ਨੂੰ ਵਰਜ ਰਹੇ ਸੀ, ਅਸੀਂ ਉਹਨੂੰ ਸਿੱਖਿਆ ਵਾਸਤੇ ਵਰਤਣਾ ਸ਼ੁਰੂ ਕਰ ਦਿੱਤਾ। ਇਹ ਤੇ ਆਪਾ ਵਿਰੋਧੀ ਹੈ। ਵੈਸੇ ਐਜੂਕੇਸ਼ਨ ਹੈ ਉਹ ਤੇ ਸਾਰੀ ਸਿੱਖਿਆ ਸਾਰੀ ਹੀ ਮਾਤ ਭਾਸ਼ਾ 'ਚ ਹੋਣੀ ਚਾਹੀਦੀ ਹੈ। 20 ਸਾਲ ਦੀ ਉਮਰ ਤੋਂ ਬਾਅਦ, 18-19 ਸਾਲ ਦੀ ਉਮਰ ਤੋਂ ਬਾਅਦ ਜਿਹੜਾ ਵਿਦਿਆਰਥੀ ਹੈ, ਕੋਈ ਵੀ ਬਗਾਨੀ ਭਾਸ਼ਾ ਨੂੰ, ਹੋਰ ਭਾਸ਼ਾ ਨੂੰ ਕੌਮਾਂਤਰੀ ਕਹਿ ਲਈਏ, ਉਹਨੂੰ ਬੜਾ ਸੌਖਾ ਸਿੱਖ ਸਕਦਾ। ਤੋ ਇਹਦੇ ਵਿੱਚ ਇਹ ਨਹੀਂ ਹੈ ਕਿ ਵੀ ਉਹਨੂੰ ਭਾਸ਼ਾ ਆਏਗੀ ਨਹੀਂ, ਜਾਂ ਉਹਨੂੰ ਇੱਕ ਪਰਟੀਕੂਲਰ ਮਾਂ ਬੋਲੀ ਦਾ ਆਪਣਾ ਜਿਹੜਾ ਮਹੱਤਵ ਹੈ ਉਹ ਮਾਂ ਬੋਲੀ ਦੇ ਵਿੱਚ ਹੀ ਉਹਨੂੰ ਸਾਰੀ ਐਜੂਕੇਸ਼ਨ ਦਿੱਤੀ ਜਾਏ। ਅਤੇ ਬਾਅਦ ਦੇ ਵਿੱਚ ਜਦੋਂ ਉਹ ਗਰੋ ਕਰ ਜਾਂਦਾ ਹੈ, 18-19 ਸਾਲ ਦੀ ਉਮਰ ਵਿੱਚ ਆਉਂਦਾ, ਅਤੇ ਉਹਨੂੰ ਦੂਜੀ ਭਾਸ਼ਾ ਸਿਖਾਈ ਜਾ ਸਕਦੀ ਹੈ। ਕਨਵੈਂਟ ਸਕੂਲ ਦੇ ਵਿੱਚ ਪੜ੍ਹਨ ਔਰ ਚੰਗੀ ਜਿਹੜੀ ਸਿੱਖਿਆ ਉਹ ਹਾਸਲ ਕਰਨ, ਪਰ ਨੌਕਰੀ ਸਰਕਾਰੀ ਚਾਹੁੰਦੇ ਨੇ। ਕੀ ਕਾਰਨ ਨੇ ਕਿ ਸਰਕਾਰੀ ਸਕੂਲ ਦੀ ਬਜਾਏ ਪ੍ਰਾਈਵੇਟ ਸਕੂਲ, ਪਰ ਨੌਕਰੀ ਸਰਕਾਰੀ? ਦੇਖੋ, ਇਹਦੇ ਵਿੱਚ ਸਮਾਜਿਕ ਜਿਹੜੀ ਸੋਚ ਹੈ ਉਹ ਜ਼ਿਆਦਾ ਹੈ। ਸਾਨੂੰ ਇੱਕ ਇਹ ਲੱਗਦਾ ਹੈ ਕਿ ਦਬਦਬਾ ਹੁੰਦਾ ਹੈ, ਸਾਨੂੰ ਅੰਗਰੇਜ਼ੀ ਭਾਸ਼ਾ ਦਾ ਦਬਦਬਾ ਲੱਗਦਾ ਹੈ। ਫਿਰ ਸਾਨੂੰ ਇਹ ਲੱਗਦਾ ਕਿ ਪ੍ਰਾਈਵੇਟ ਸਕੂਲ ਵਿੱਚ ਅੰਗਰੇਜ਼ੀ ਜ਼ਿਆਦਾ ਵਧੀਆ ਪੜ੍ਹਾਈ ਜਾਂਦੀ ਹੈ ਸ਼ਾਇਦ। ਠੀਕ ਹੈ, तो सरकारी लफज़ ही पंजाबी 'ਚ है, प्राइवेट लफज़ ही अंग्रेज़ी 'ਚ है। तो इस तरह का करके, हालांकि बड़ा क्लीयर है कि जोड़े प्राइवेट स्कूल्स ने उन्होंने टीचर्स घट क्वालीफाइड ने, और सरकारी स्कूलों के टीचर्स ज़्यादा क्वालीफाइड ने। अंग्रेज़ी बेहतर पढ़ाई जाती है, तो उन्होंने जोड़ा एक्टिविटीज़ ने वो एक सैट सरकारी जोड़ा सिलेबस है, पाठक्रम ने जोड़े भी उन्होंने तो हट के कुछ एक्सट्रा भी कराया जा रहा है। तो इस गल करके शो ऑफ बेहतर किया जाता है। सो ये है।
ਹੁਣ ਸਰਕਾਰੀ ਸਕੂਲਸ ਜਿਹੜੇ ਹੈਗੇ ਨੇ ਸਰਕਾਰੀ ਜਿੰਨੇ ਵੀ ਨੇ ਉਹਨਾਂ ਦੇ ਵਿੱਚ ਕਿਉਂਕਿ ਪਿੰਡਾਂ ਤੋਂ ਬਹੁਤ ਸਾਰੇ ਵਿਦੇਸ਼ ਗਏ ਹੋਏ ਨੇ ਆਪਣੇ ਪਿੰਡਾਂ ਦੇ ਵਿੱਚ ਇਨਵੈਸਟ ਕੀਤਾ ਵਿਦੇਸ਼ੀਆਂ ਨੇ ਤੇ ਕਾਫੀ ਅੱਛੇ ਹੋ ਰਹੇ ਨੇ ਤੇ ਫਰਕ ਵੀ ਹੈ ਐਜੂਕੇਸ਼ਨ ਦਾ ਲੈਵਲ ਉਸ ਤਰ੍ਹਾਂ ਦਾ ਹੋ ਰਿਹਾ ਸਾਡੇ ਟੀਚਰਸ ਜਿਹੜੇ ਸਰਕਾਰੀ ਨੇ ਉਹ ਜ਼ਿਆਦਾ ਕੁਆਲੀਫਾਈਡ ਨੇ ਤੇ ਰਿਜ਼ਲਟਸ ਵੀ ਹੌਲੀ ਹੌਲੀ ਦਿਸਣਗੇ ਉਹੀ ਹੈ ਕਿ ਜਿਹੜਾ ਸੋਸ਼ਲ ਸਟ੍ਰੇਟਾ ਹੀ ਜੇ ਸਰਕਾਰੀ ਸਕੂਲ 'ਚ ਮਾੜਾ ਜਾਏਗਾ ਤਾਂ ਰਿਜ਼ਲਟਸ ਵੀ ਮਾੜੇ ਆਉਣਗੇ ਸਤਿ ਸ਼੍ਰੀ ਅਕਾਲ ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਮਲਜੀਤ ਕੌਰ ਸਿੱਖਿਆ ਦੀ ਸ਼ੁਰੂਆਤ ਬੱਚੇ ਦੇ ਜਨਮ ਤੋਂ ਕਹਿ ਦਈਏ ਸ਼ੁਰੂ ਹੋ ਜਾਂਦੀ ਹੈ ਤੇ ਇਸ ਦੇ ਵਿੱਚ ਕੋਈ ਅਤਕਥਨੀ ਨਹੀਂ ਹੋਏਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਮਾਤ ਭਾਸ਼ਾ ਮਾਂ ਤੋਂ ਬੱਚੇ ਨੂੰ ਜਨਮ ਤੋਂ ਹੀ ਸਿੱਖਣ ਨੂੰ ਮਿਲਦੀ ਹੈ ਉਸੇ ਤਰੀਕੇ ਦੇ ਨਾਲ ਸਿੱਖਿਆ ਤੇ ਪਰਵਰਿਸ਼ ਪਰਿਵਾਰ ਦੇ ਵਿੱਚ ਰਹਿੰਦੇ ਜਨਮ ਤੋਂ ਹੀ ਇਹ ਸਾਰੀਆਂ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਨੇ ਪਰ ਜਿਵੇਂ ਜਿਵੇਂ ਉਮਰ ਦੇ ਪੜਾਅ ਵੱਧਦੇ ਨੇ ਤੇ ਉਮਰ ਦੇ ਪੜਾਵਾਂ ਤੋਂ ਬਾਅਦ ਇੱਕ ਸਕੂਲ ਜਾਣ ਦੀ ਉਮਰ ਆਉਂਦੀ ਹੈ ਜਿਸ ਦੇ ਵਿੱਚੋਂ ਸ਼ੁਰੂਆਤ ਹੁੰਦੀ ਹੈ ਸਰਕਾਰੀ ਸਿੱਖਿਆ ਨੀਤੀ ਦੀ ਸਕੂਲ ਤੇ ਕਾਲਜਾਂ ਦਾ ਦਾਇਰਾ ਦਹਲੀਜ਼ ਜਦੋਂ ਵਿਦਿਆਰਥੀ ਵੱਡੇ ਹੋ ਕੇ ਪਹੁੰਚਦੇ ਨੇ ਤਾਂ ਉਸ ਸਿੱਖਿਆ ਦਾ ਦਾਇਰਾ ਜਿਹੜਾ ਹੈ ਸਰਕਾਰਾਂ ਦੇ ਵੱਲੋਂ ਜਾਂ ਸਿੱਖਿਆ ਸ਼ਾਸਤਰੀਆਂ ਦੇ ਵੱਲੋਂ ਜਾਂ ਫਿਰ ਜਿਹੜੇ ਸਿੱਖਿਆ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਦੇ ਵੱਲੋਂ ਤੈਅ ਕੀਤਾ ਜਾਂਦਾ ਹੈ ਤੇ ਸਿੱਖਿਆ ਆਧੁਨਿਕ ਸਿੱਖਿਆ ਨੀਤੀ ਕਈ ਵਾਰ ਸਵਾਲਾਂ ਦੇ ਘੇਰੇ 'ਚ ਵੀ ਆ ਚੁੱਕੀ ਹੈ ਸਿੱਖਿਆ ਨੀਤੀ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ ਸਿੱਖਿਆ ਕਿਵੇਂ ਦੀ ਹੋਣੀ ਚਾਹੀਦੀ ਹੈ ਕੀ ਖਾਮੀਆਂ ਨੇ ਕੀ ਖੂਬੀਆਂ ਨੇ ਇਸ ਦੇ ਬਾਰੇ ਬਾਖੂਬੀ ਬਿਆਨ ਕਰਨਗੇ ਸਾਡੇ ਨਾਲ ਮੌਜੂਦ ਨੇ ਰਮਿੰਦਰਜੀਤ ਵਾਸੂ ਜਿਹੜੇ ਕਿ ਸਿੱਖਿਆ ਮਾਹਿਰ ਨੇ ਉਹਨਾਂ ਤੋਂ ਜਾਣਾਂਗੇ ਸਰ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਬੜੀ ਮਿਹਰਬਾਨੀ ਤੁਹਾਡੀ ਸਰ ਸਿੱਖਿਆ ਨੀਤੀ ਦੀ ਜੇ ਗੱਲ ਕਰੀਏ ਸਿੱਖਿਆ ਇੱਕ ਜ਼ਰੂਰੀ ਅੰਗ ਬਣ ਜਾਂਦਾ ਹੈ ਮਨੁੱਖ ਦਾ ਕਿਉਂਕਿ ਇਹ ਸਿੱਖਿਆ ਹੀ ਉਹ ਮਾਪਦੰਡ ਹੁੰਦਾ ਹੈ ਜੋ ਸਾਨੂੰ ਦੱਸਦਾ ਹੈ ਕਿ ਕੀ ਸਹੀ ਹੈ ਕੀ ਗਲਤ ਹੈ ਪਰ ਸਿੱਖਿਆ ਨੀਤੀ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗੀ ਕਿ ਕਿਸ ਤਰੀਕੇ ਦੀ ਹੁੰਦੀ ਹੈ ਹੋਣੀ ਚਾਹੀਦੀ ਹੈ ਦੇਖੋ ਬੇਟਾ ਸਿੱਖਿਆ ਨੀਤੀ ਬੇਸਿਕਲੀ ਮੇਰਾ ਮੰਨਣਾ ਹੈ ਕਿ ਸਾਡੇ ਦੋ ਚੀਜ਼ਾਂ ਅਸੀਂ ਹਰ ਇੱਕ ਸਟੂਡੈਂਟ ਦੇ ਵਿੱਚ ਚਾਹੁੰਦੇ ਹਾਂ ਹੋਣ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਬੱਚਾ ਹੈ ਘਰ ਦੇ ਵਿੱਚ ਇੱਕ ਬੱਚਾ ਹੈ ਜਦੋਂ ਅਸੀਂ ਉਹਨੂੰ ਉਸ ਤੋਂ ਇਲਾਵਾ ਬੱਚਾ ਹੋਣ ਤੋਂ ਇਲਾਵਾ ਵਿਦਿਆਰਥੀ ਬਣਾਉਂਦੇ ਹਾਂ ਤਾਂ ਉਹਦਾ ਮਤਲਬ ਇਹ ਹੁੰਦਾ ਕਿ ਅਸੀਂ ਉਹਦੇ ਵਿੱਚ ਸੈਂਸ ਆਫ ਕੁਐਰੀ ਪੈਦਾ ਕਰੀਏ ਅਤੇ ਜਦੋਂ ਵਿਦਿਆਰਥੀ ਬਣੇਗਾ ਸੈਂਸ ਆਫ ਕੁਐਰੀ ਪੈਦਾ ਹੋਏਗੀ ਸਵਾਲ ਉਹਦੇ ਅੰਦਰ ਉੱਠਣਗੇ ਤਾਂ ਸਵਾਲ ਉਹਨਾਂ ਦੇ ਜਵਾਬ ਲੱਭੇਗਾ ਤਾਂ ਸਿੱਖਿਅਤ ਹੋਏਗਾ ਜਦੋਂ ਇੱਕ ਵਿਦਿਆਰਥੀ ਵੱਡਾ ਹੁੰਦਾ ਹੈ ਜਾਂ ਕਿਸੇ ਉਹ ਇੰਸਟੀਟਿਊਸ਼ਨ ਵਿੱਚ ਪੜ੍ਹ ਰਿਹਾ ਤਾਂ ਉਹਦੇ ਵਿੱਚ ਇਹ ਹੈ ਕਿ ਦੋ ਚੀਜ਼ਾਂ ਨੇ ਇੱਕ ਤਾਂ ਉਹ ਮਨੁੱਖ ਵਜੋਂ ਸ਼ਾਨਦਾਰ ਹੋਵੇ ਵਧੀਆ ਹੋਵੇ ਇੱਕ ਉਹਨੂੰ ਰੁਜ਼ਗਾਰ ਕੋਈ ਮਿਲੇ ਔਰ ਉਹ ਅੱਗੋਂ ਆਪਣੀ ਜ਼ਿੰਦਗੀ ਜਿਹੜੀ ਹੈ ਉਸ ਜੋ ਵੀ ਉਹਨੇ ਸਿੱਖਿਆ ਲਈ ਹੈ ਉਹਦੇ ਆਧਾਰ 'ਤੇ ਉਹ ਆਪਣੀ ਬਾਕੀ ਜ਼ਿੰਦਗੀ ਬਿਤਾ ਸਕੇ ਆਪਣੀਆਂ ਹੋਰ ਜਿਹੜੀਆਂ ਸਮਾਜਿਕ ਜ਼ਿੰਮੇਵਾਰੀਆਂ ਨੇ ਉਹ ਪੂਰੀਆਂ ਕਰ ਸਕੇ ਤਾਂ ਸਿੱਖਿਆ ਨੀਤੀ ਤਾਂ ਬੇਸਿਕਲੀ ਦੇਖਿਆ ਜਾਵੇ ਤਾਂ ਮੁੱਢਲੇ ਤੌਰ 'ਤੇ ਤਾਂ ਇਹੀ ਹੈ ਕਿ ਇੱਕ ਚੰਗਾ ਮਨੁੱਖ ਸਿਰਜ ਸਕੀਏ ਅਸੀਂ ਅਤੇ ਫਿਰ ਉਹਨੂੰ ਕੁਝ ਕਰਨ ਜੋਗਾ ਸਮਾਜ ਦੇ ਵਿੱਚ ਕੁਝ ਕਰਨ ਜੋਗਾ ਬਣਾ ਸਕੀਏ ਤਾਂ ਇਹ ਹੈ ਬੇਸਿਕਲੀ ਤਾਂ ਇਹ ਹੈ ਸਿੱਖਿਆ ਨੀਤੀ ਬਾਕੀ ਜਿਹੜੀਆਂ ਚੀਜ਼ਾਂ ਨੇ ਹੁਣ ਉਹਦੇ ਵਿੱਚ ਬਹੁਤ ਸਾਰੇ ਪੱਖ ਹੁੰਦੇ ਨੇ ਸਿੱਖਿਆ ਨੀਤੀ ਕੌਣ ਤਿਆਰ ਕਰ ਰਿਹਾ ਉਹਦਾ ਢਕਵਾਂ ਜਿਹਾ ਉਹਦੇ ਪਿੱਛੇ ਕੀ ਮਨੋਰਥ ਹੈ ਅਸਲੀ ਮਨੋਰਥ ਕੀ ਹੈ ਢਕਵਾਂ ਮਨੋਰਥ ਕੀ ਹੈ ਇਹ ਸਾਰੀਆਂ ਚੀਜ਼ਾਂ ਨੇ ਸਿੱਖਿਆ ਜੇ ਸਾਡੇ ਸਿੱਖਿਆ ਸ਼ਾਸਤਰੀ ਤਿਆਰ ਕਰਨਗੇ ਅਕਾਦਮਿਕ ਲੀਡਰਸ ਤਿਆਰ ਕਰਨਗੇ ਤਾਂ ਉਹ ਹੋਰ ਤਰ੍ਹਾਂ ਦੀ ਹੋਏਗੀ ਸਮਾਜਿਕ ਲੀਡਰਸ ਵਿੱਚ ਉਹਨਾਂ ਦਾ ਰੋਲ ਹੋਏਗਾ ਤਾਂ ਥੋੜ੍ਹਾ ਉਹਦੇ 'ਚ ਫਰਕ ਹੋਏਗਾ ਜੇ ਪੋਲੀਟੀਕਲ ਲੀਡਰ ਸਾਡੀ ਸਿੱਖਿਆ ਨੀਤੀ ਤਿਆਰ ਕਰਨਗੇ ਤਾਂ ਉਹ ਬੜੀ ਪੋਲੀਟੀਸਾਈਜ਼ਡ ਹੋਏਗੀ ਤਾਂ ਇਸ ਕਿਸਮ ਦੀਆਂ ਚੀਜ਼ਾਂ ਨੇ ਇਸ ਕਰਕੇ ਇੰਝ ਫਰਕ ਹੁੰਦਾ ਹੈ ਔਰ ਹਰ ਸਿੱਖਿਆ ਨੀਤੀ ਤਿਆਰ ਕਰਨ ਵਾਲੇ ਦੀ ਮਨਸ਼ਾ ਜਿਹੜੀ ਹੈ ਉਹ ਸ਼ੇਡ ਦਿਖਾਉਂਦੀ ਹੈ ਜਿਸ ਤਰ੍ਹਾਂ ਸਰ ਤੁਸੀਂ ਕਿਹਾ ਕਿ ਜਿਹੜੀ ਸਿੱਖਿਆ ਨੀਤੀ ਹੈ ਉਸ ਦਾ ਮਤਲਬ ਇਹ ਹੈ ਕਿ ਇੱਕ ਚੰਗਾ ਮਨੁੱਖ ਸਿਰਜਣਾ ਇੱਕ ਚੰਗੇ ਸਮਾਜ ਦੀ ਸਥਾਪਨਾ ਕਰਨਾ ਪਰ ਜੇ ਹੁਣ ਆਧੁਨਿਕ ਦੀ ਸਿੱਖਿਆ ਨੀਤੀ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਹਤਾਸ਼ ਵੀ ਨਜ਼ਰ ਆਉਂਦੇ ਨੇ ਕੁਝ ਆਪਣੇ ਰੁਜ਼ਗਾਰ ਨੂੰ ਲੈ ਕੇ ਕਿ ਫਿਊਚਰ ਦੇ ਵਿੱਚ ਕੀ ਕਰਨਾ ਹੈ ਬਹੁਤਿਆਂ ਦਾ ਮਕਸਦ ਤਾਂ ਇਹੀ ਹੈ ਕਿ +2 ਕਰੋ ਆਈਲੈਟਸ ਕਰੋ ਅਤੇ ਬਾਹਰ ਜਾਓ ਸਿੱਖਿਆ ਲੈ ਤਾਂ ਰਹੇ ਨੇ ਪਰ ਸਿੱਖਿਆ ਦਾ ਭਵਿੱਖ ਕੀ ਹੈ ਉਹਨਾਂ ਦੀ ਲਈ ਹੋਈ ਸਿੱਖਿਆ ਦੇ ਵਿੱਚ ਭਵਿੱਖ ਕਿੱਥੇ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਧੁੰਦਲਾ ਨਜ਼ਰ ਆ ਰਿਹਾ ਅਜਿਹੀ ਸਿੱਖਿਆ ਨੀਤੀ ਕੀ ਸਿਰਜੀ ਜਾ ਸਕਦੀ ਹੈ ਜਿਸ ਦੇ ਵਿੱਚ ਭਵਿੱਖ ਬਹੁਤ ਵੱਡਾ ਮਤਲਬ ਭਵਿੱਖ ਦੀ ਚਿੰਤਾ ਛੱਡ ਕੇ ਜਦੋਂ ਉਹ ਪੜ੍ਹ ਰਹੇ ਹੋਣ ਉਹਨਾਂ ਨੂੰ ਲੱਗੇ ਕਿ ਹਾਂ ਭਵਿੱਖ ਸਿਕਿਉਰ ਹੈ ਪੜ੍ਹੋ ਆਪਣਾ ਕੰਮ ਕਰੋ ਅਜਿਹੀ ਸਿੱਖਿਆ ਨੀਤੀ ਸਿਰਜਣ ਦੀ ਲੋੜ ਹੈ ਸਿੱਖਿਆ ਨੀਤੀ ਕੋਈ ਇੰਡੀਪੈਂਡੈਂਟ ਇਕੱਲਾ ਹੀ ਡਾਕੂਮੈਂਟ ਨਹੀਂ ਹੈ ਨਾ ਉਹ ਰਿਲੇਟ ਕਰੇਗਾ ਅੱਗੋਂ ਰਿਲੇਟਡ ਹੋਏਗਾ ਇਹਦੇ ਨਾਲ ਰਿਲੇਟਡ ਹੋਏਗਾ ਕਿ ਉਹ ਪੜ੍ਹਨ ਤੋਂ ਬਾਅਦ ਕੀ ਕਰਨਗੇ ਮਤਲਬ ਜਦੋਂ ਜਿਹੜੀ ਸਰਕਾਰ ਨੇ ਸਿੱਖਿਆ ਨੀਤੀ ਬਣਾਈ ਹੈ ਤਾਂ ਉਹ ਸਿੱਖਿਆ ਲੈਣ ਤੋਂ ਬਾਅਦ ਵਿਦਿਆਰਥੀਆਂ ਨੇ ਕੀ ਕਰਨਾ ਹੈ ਇਹ ਵੀ ਤਾਂ ਉਹਦੇ 'ਤੇ ਬੇਸਡ ਹੋਏਗਾ ਨਾ ਸਾਡੇ ਕੋਲ ਜਦੋਂ ਉਹ ਟੁੱਟ ਗਿਆ ਆਪਸ ਵਿੱਚ
ਉਹ ਵਾਲੀ ਜਿਹੜੀ ਸਾਂਝ ਹੈਗੀ ਹੈ ਉਹ ਸਾਂਝ ਖਤਮ ਹੋ ਗਈ ਹੈ। ਮੈਂ ਇਸੇ ਕਰਕੇ ਕਹਿਣਾ ਨਾ ਕਿ ਸਿੱਖਿਆ ਨੀਤੀ ਸਾਡੇ ਵੱਖੋ ਵੱਖਰੇ ਜਿਹੜੇ ਸਾਡੇ ਉਹ ਹੈ ਨੇ ਪੱਖ ਨੇ ਉਹਨਾਂ ਨੂੰ ਕੈਟਰ ਕਰਨ ਵਾਲੀ ਹੋਣੀ ਚਾਹੀਦੀ ਹੈ। ਜੇ ਅਕਾਦਮਿਕ ਪੱਖ ਨੂੰ ਕਰਦੀ ਹੈ ਤਾਂ ਸਮਾਜਿਕ ਪੱਖ ਨੂੰ ਵੀ ਕਰੇ, ਸਿਆਸੀ ਪੱਖ ਨੂੰ ਵੀ ਕਰੇ, ਉਹਨਾਂ ਸਾਰੀਆਂ ਚੀਜ਼ਾਂ ਨੂੰ। ਹੁਣ ਜੇ ਸਿਆਸੀ ਹਾਲਾਤ ਹੋਰ ਤਰ੍ਹਾਂ ਦੇ ਨੇ ਪਰ ਸਾਡੀ ਜਿਹੜੀ ਸਿੱਖਿਆ ਨੀਤੀ ਹੈ ਉਹਨੂੰ ਕੰਸੀਡਰ ਨਹੀਂ ਕਰਦੀ, ਜਾਂ ਅਸੀਂ ਫਿਊਚਰ ਵਿੱਚ ਕੀ ਹੋਏਗਾ, ਭਵਿੱਖ ਵਿੱਚ ਕੀ ਹੋਣਾ ਹੈ, ਇਹ ਜੇ ਪਹਿਲਾਂ ਚੰਗੀ ਤਰ੍ਹਾਂ ਸੋਚ ਕੇ ਨਹੀਂ ਕੀਤਾ ਗਿਆ, ਜਾਂ ਜਿਹੜੇ ਅਸੀਂ ਭਵਿੱਖ ਵਿੱਚ ਫੈਸਲੇ ਲਏ ਉਦੋਂ ਇਹ ਨਹੀਂ ਸੋਚਿਆ ਕਿ ਅਸੀਂ ਹੁਣ ਤੇ ਫੈਸਲਾ ਲੈ ਰਹੇ ਹਾਂ ਪਰ ਕੀ ਸਾਡੇ ਜਿਨ੍ਹਾਂ ਨੂੰ ਅਸੀਂ ਵਿਦਿਆਰਥੀਆਂ ਨੂੰ ਕਹਿੰਦੇ ਹਾਂ ਕਿ ਸਾਡਾ ਭਵਿੱਖ ਹਨ, ਉਹ ਇੱਥੇ ਆਣਗੇ ਤੇ ਕੀ ਕਰਨਗੇ, ਕੀ ਅਸੀਂ ਉਹਨਾਂ ਵਾਸਤੇ ਜਗ੍ਹਾ ਵੀ ਛੱਡ ਰਹੇ ਹਾਂ, ਥਾਂ ਵੀ ਛੱਡ ਰਹੇ ਹਾਂ। ਇਹ ਸਾਰੀਆਂ ਚੀਜ਼ਾਂ, ਇਹ ਪੱਖ ਨਹੀਂ ਦੇਖੇ ਗਏ। ਇਹ ਕਮਜ਼ੋਰੀ ਰਹੀ ਹੈ ਸਾਡੇ ਉੱਥੇ। ਇਸੇ ਕਰਕੇ ਜਦੋਂ ਇੱਥੇ ਰੁਜ਼ਗਾਰ ਦੇ ਵਸੀਲੇ ਖਤਮ ਹੋਏ ਜਾਂ ਡਿਕਲੇਅਰ ਕੀਤਾ ਸਰਕਾਰਾਂ ਨੇ ਕਿ ਨਹੀਂ ਹੁਣ ਪੋਸਟਸ ਖਤਮ ਕਰਨੀਆਂ ਨੇ, ਸਰਕਾਰੀ ਪੋਸਟ ਖਤਮ ਕਰਨੀਆਂ ਨੇ, ਪ੍ਰਾਈਵੇਟ ਜਿਹੜਾ ਸਿਸਟਮ ਹੈ ਉਹ ਕੋਈ ਇੰਨਾ ਡਿਵੈਲਪ ਨਹੀਂ ਹੋ ਰਿਹਾ, ਉਹ ਇੰਨਾ ਜ਼ਿਆਦਾ ਉਹ ਵਸੀਲੇ ਪੈਦਾ ਨਹੀਂ ਕਰ ਰਿਹਾ ਰੁਜ਼ਗਾਰ ਦੇ, ਤਾਂ ਫਿਰ ਵਿਦਿਆਰਥੀ ਜਿਹੜੇ ਨੇ ਉਹਨਾਂ ਨੂੰ ਵਿਦੇਸ਼ ਜਾਣਾ ਉਹਨਾਂ ਦੀ ਮਜਬੂਰੀ ਹੋ ਜਾਂਦੀ ਹੈ ਤੇ ਉਹ ਆਪਣੀ ਜਿਹੜੀ ਧਰਤੀ ਤੇ ਪੈਦਾ ਹੋਏ ਨੇ ਉਸ ਧਰਤੀ ਮਾਂ ਨੂੰ ਸੁਣਨਾ ਛੱਡ ਕੇ ਜਾਣਗੇ। ਤਾਂ ਇਹ ਸਾਰਾ ਕੁਝ ਹੋਏਗਾ। ਸ਼ੁਕਰ ਹੈ ਕਿ ਉਹਨਾਂ ਕੋਲ ਇਹ ਵੀ ਰਸਤਾ ਹੈ। ਤੋ ਇਹਦੇ ਵਾਸਤੇ ਬਿਲਕੁਲ ਸਾਡਾ ਫੇਲਿਅਰ ਹੈ ਐਜੂਕੇਸ਼ਨ ਪਾਲਿਸੀ ਵਜੋਂ, ਜਦੋਂ ਵਿਦਿਆਰਥੀਆਂ ਕੋਲ ਸਿਰਫ ਇਹੀ ਇੱਕ ਰਸਤਾ ਰਹਿ ਜਾਂਦਾ। ਤਾਂ ਹਾਲ ਹੀ ਦੇ ਵਿੱਚ ਲੰਘੇ ਵਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਭਾਜਪਾ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਜਿਹੜੀ ਆ ਉਸ ਦਾ ਐਲਾਨ ਕੀਤਾ ਸੀ, ਨਵੀਂ ਸਿੱਖਿਆ ਨੀਤੀ ਜਿਹੜੀ ਆ ਲਾਗੂ ਕੀਤੀ ਸੀ। ਉਸ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਬਿਆਨ ਕਰ ਹੀ ਚੁੱਕੇ ਹੋ ਕਿ ਕੀ ਕਮੀਆਂ ਨੇ, ਪਰ ਕੀ ਲੱਗਦਾ ਹੈ ਕਿ ਕਿੱਥੇ ਸਭ ਤੋਂ ਵੱਡੀ ਕਮੀ ਰਹਿ ਗਈ ਹੈ ਜਾਂ ਸਭ ਤੋਂ ਵੱਡੀ ਖੂਬੀ ਹੈ? ਜੇ ਦੋ ਐਸਪੈਕਟਸ ਦੀ ਗੱਲ ਕਰੀਏ, ਸਭ ਤੋਂ ਵੱਡੀ ਖੂਬੀ ਕੀ ਹੈ ਤੇ ਸਭ ਤੋਂ ਵੱਡੀ ਕਮੀ ਉਸ ਸਿੱਖਿਆ ਨੀਤੀ ਦੇ ਵਿੱਚ ਕੀ ਹੈ? ਤੁਹਾਡੇ ਵੈਸੇ ਤਾਂ ਸਵਾਲ ਦੇ ਵਿੱਚ ਹੀ ਗੱਲ ਛੁਪੀ ਹੋਈ ਹੈ। ਇੱਕ ਪ੍ਰਧਾਨ ਮੰਤਰੀ ਜਾਂ ਇੱਕ ਪਾਰਟੀ ਜੇ ਸਿੱਖਿਆ ਨੀਤੀ ਅਨਾਉਂਸ ਕਰ ਰਹੀ ਹੈ ਤਾਂ ਇਹਦਾ ਮਤਲਬ ਉਹ ਇੱਕ ਪ੍ਰਧਾਨ ਮੰਤਰੀ ਜਾਂ ਇੱਕ ਪਾਰਟੀ ਦੀ ਹੀ ਸੋਚ ਹੋਏਗੀ। ਨਹੀਂ, ਸਿੱਖਿਆ ਨੀਤੀ ਸਾਰੇ ਸਮਾਜ ਦੀ ਹੁੰਦੀ ਹੈ। ਉਹ ਸਮਾਜ ਦੇ ਵੱਖੋ ਵੱਖ ਐਸਪੈਕਟਸ ਲਈ ਜਿਹੜਾ ਪੱਖ ਨੇ ਜਿਹੜੇ ਉਹਦੇ ਵਿੱਚ ਕੈਟਰ ਕਰਨ ਵਾਲੇ ਹੋਣੇ ਚਾਹੀਦੇ ਨੇ। ਦੂਸਰੀ ਗੱਲ, ਜਿਹੜੀ ਪਹਿਲਾਂ ਸਿੱਖਿਆ ਨੀਤੀ ਸੀ, ਨਵੀਂ ਸਿੱਖਿਆ ਨੀਤੀ ਕੀ ਉਸ ਦਾ ਅਗਲਾ ਸਟੈਪ ਹੈ? ਅਸੀਂ ਪਿਛਲੀ ਸਿੱਖਿਆ ਨੀਤੀ ਨਾਲ ਜੋ ਅਚੀਵ ਕਰਨਾ ਚਾਹੁੰਦੇ ਸੀ, ਜੋ ਆਬਜੈਕਟਿਵ ਸੀ, ਉਹ ਪੂਰੇ ਕਰ ਲਏ। ਜੇ ਉਹ ਪੂਰੇ ਕਰ ਲਏ ਨੇ ਫਿਰ ਤੇ ਅਗਲੇ ਸਟੈਪ ਦੀ ਲੋੜ ਹੈ। ਜੇ ਹਲੇ ਉਹੀ ਆਬਜੈਕਟਿਵਸ ਪੂਰੇ ਨਹੀਂ ਹੋਏ ਤਾਂ ਨਵੀਂ ਸਿੱਖਿਆ ਨੀਤੀ ਕੀ ਕੈਟਰ ਕਰੇਗੀ? ਬੜਾ ਸਪਸ਼ਟ ਹੈ ਕਿ ਕੋਈ ਇਸ ਮਾਮਲੇ 'ਚ ਸਾਰਾ ਕੁਝ ਧੁੰਦਲਾ ਹੈ ਇਸ ਪੱਖ ਤੋਂ ਜੇ ਦੇਖਿਆ ਜਾਏ ਤਾਂ। ਸੋ ਕੋਈ ਬਹੁਤ ਵਧੀਆ ਨੈਕਸਟ ਸਟੈਪ ਟਾਈਪ ਲੱਗਦਾ ਨਹੀਂ। ਹਾਲਾਂਕਿ ਲਾਗੂ ਨਹੀਂ ਹੋਈ ਹਲੇ, ਹੋਣੀ ਹੈ, ਇਹਨੂੰ ਹਲੇ ਕਈ ਸਾਲਾਂ ਦੇ ਵਿੱਚ ਹੋਣੀ ਹੈ, ਬਟ ਉਹ ਅਗਲਾ ਸਟੈਪ ਤਾਂ ਹੀ ਚੁੱਕਿਆ ਜਾਏਗਾ ਜੇ ਪੁਰਾਣਾ ਅਚੀਵ ਕਰ ਲਿਆ ਹੋਵੇ। ਪੁਰਾਣੀ ਸਿੱਖਿਆ ਨੀਤੀ ਜਿਹੜੀ 35 ਸਾਲ ਪਹਿਲਾਂ ਵਾਲੀ ਸੀ, ਉਹਦੇ ਆਬਜੈਕਟਿਵਸ ਤਾਂ ਅਚੀਵ ਕੀਤੇ ਹੀ ਨਹੀਂ ਅਸੀਂ, ਹਲੇ ਤੇ ਕੁਝ ਵੀ ਨਹੀਂ, ਮਤਲਬ ਇੱਕ ਪੌਣੀ ਵੀ ਨਹੀਂ ਕੱਤੀ ਉਹਦੇ 'ਚੋਂ। ਸੋ ਇਹ ਕਮੀ ਹੈ। ਠੀਕ ਹੈ ਸਰ, ਪੰਜਾਬੀ ਯੂਨੀਵਰਸਿਟੀ ਦੀ ਗੱਲ ਕਰ ਲੈਂਦੇ ਹਾਂ। ਬਹੁਤ ਵੱਡਾ ਅਦਾਰਾ ਹੈ ਪੰਜਾਬੀ ਯੂਨੀਵਰਸਿਟੀ, ਔਰ ਜਿਸ ਤਰੀਕੇ ਦੇ ਨਾਲ ਹੁਣ ਹਾਲਾਤ ਪੰਜਾਬੀ ਯੂਨੀਵਰਸਿਟੀ ਦੇ ਬਣੇ ਹੋਏ ਨੇ ਉਹ ਵੀ ਕਿਸੇ ਸਿੱਖਿਆ ਨੀਤੀ ਦੇ ਅਧਿਕਾਰ ਖੇਤਰ ਦੇ ਵਿੱਚ ਹੀ ਆਉਂਦਾ ਹੋਏਗਾ, ਕਿਉਂਕਿ ਧਰਨੇ ਮੁਜ਼ਾਹਰੇ ਹੋ ਰਹੇ ਨੇ, ਲਗਾਤਾਰ ਵਿੱਤੀ ਘਾਟਾ ਦਰਸਾਇਆ ਜਾ ਰਿਹਾ ਹੈ ਪੰਜਾਬੀ ਯੂਨੀਵਰਸਿਟੀ ਦੇ ਨਾਮ ਤੇ। ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਘਾਟੇ ਦਾ ਕੇਂਦਰ ਦਰਸਾਇਆ ਜਾ ਰਿਹਾ ਹੈ। ਜਿਹੜੇ ਹਾਲਾਤ ਬਣੇ ਹੋਏ ਨੇ ਉਸ ਦੇ ਵੱਲ ਕਿਸ ਦਾ ਧਿਆਨ ਜਾਣਾ ਚਾਹੀਦਾ ਹੈ ਕਿ ਉਹ ਸਿੱਖਿਆ ਨੀਤੀ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈ ਜਾਂ ਨਹੀਂ ਆਉਂਦਾ, ਜਾਂ ਫਿਰ ਵਾਕਈ ਉਹਨੂੰ ਅਧਿਕਾਰ ਖੇਤਰ ਦੇ ਵਿੱਚ ਲਿਆਉਣਾ ਚਾਹੁੰਦੇ ਨੇ ਜਾਂ ਫਿਰ ਇਗਨੋਰ ਕੀਤਾ ਜਾ ਰਿਹਾ ਹੈ? ਜਿਹੜੀ ਨਵੀਂ ਸਿੱਖਿਆ ਨੀਤੀ ਸਾਡੀ ਹੁਣ 2020-2021 ਦੇ ਵਿੱਚ ਜਿਹਦੀ ਗੱਲ ਹੁਣ ਚੱਲ ਰਹੀ ਹੈ, ਕਿਉਂਕਿ ਇਹ ਸਿੱਖਿਆ ਨੀਤੀ ਬਣ ਗਈ ਹੈ ਤੇ ਲਾਗੂ ਹੋਣੀ ਹੈ, ਇਹਦੇ ਤੋਂ ਇਹ ਤਾਂ ਸਪਸ਼ਟ ਹੁੰਦਾ ਹੈ ਨਾ ਕਿ ਸਾਡੀ ਅਪਰੋਚ ਜਿਹੜੀ ਹੈ ਐਜੂਕੇਸ਼ਨ ਪ੍ਰਤੀ, ਸਿੱਖਿਆ ਪ੍ਰਤੀ, ਉਹ ਕਿਸ ਕਿਸਮ ਦੀ ਹੈ। ਇਹ ਤਾਂ ਸਪਸ਼ਟ ਹੋ ਰਿਹਾ ਹੈ। ਤੋ ਉਹਦੇ ਵਿੱਚ ਵਨ ਨੇਸ਼ਨ, ਵਨ ਐਜੂਕੇਸ਼ਨ, ਵਨ ਲੈਂਗੁਏਜ, ਇਸ ਕਿਸਮ ਦਾ ਜਿਹੜਾ ਉਹ ਸਮਝ ਆ ਰਿਹਾ, ਨਜ਼ਰ ਆ ਰਿਹਾ ਹੈ। ਬੜਾ ਢਕਵੇਂ ਜਿਹੇ ਰੂਪ ਦੇ ਵਿੱਚ ਉਹ ਚੀਜ਼ਾਂ ਨਜ਼ਰ ਆਉਂਦੀਆਂ ਨੇ। ਹੁਣ ਜੇ ਇਹ ਚੀਜ਼ਾਂ ਲਾਗੂ ਕੀਤੀਆਂ ਜਾਣਗੀਆਂ ਤਾਂ ਜਿਹੜੀ ਭਾਸ਼ਾ ਦੇ ਨਾਮ ਤੇ ਪੰਜਾਬੀ ਯੂਨੀਵਰਸਿਟੀ ਹੈ ਉਹਦੇ ਪ੍ਰਤੀ ਗਵਰਨਮੈਂਟ ਦੀ ਅਪਰੋਚ ਕੀ ਹੋਏਗੀ ਉਹ ਸਪਸ਼ਟ ਹੈ। ਇੱਕ ਪੱਖ ਇਹ ਵੀ ਹੈ ਇਸ ਸਿੱਖਿਆ ਨੀਤੀ ਦਾ, ਜਿਹਨੂੰ ਅਸੀਂ ਨਵੀਂ ਸਿੱਖਿਆ ਨੀਤੀ ਕਹਿੰਦੇ ਹਾਂ, ਕਿ ਯੂਨੀਅਨ ਗਵਰਨਮੈਂਟ ਹੀ ਸਾਰੇ ਫੈਸਲੇ ਕਰੇਗੀ। ਤਾਂ ਜਦੋਂ ਫਿਰ ਸਟੇਟ ਲੈਵਲ ਦੀਆਂ ਜਿਹੜੀਆਂ ਇੰਸਟੀਟਿਊਸ਼ਨਸ ਨੇ, ਪੰਜਾਬੀ ਯੂਨੀਵਰਸਿਟੀ ਹੋ ਗਈ ਜਾਂ ਸਟੇਟ ਸਕੂਲ ਬੋਰਡਸ ਹੋ ਗਏ, ਉਹ ਸਾਰੇ ਤਾਂ ਮਾਰਜਨਲਾਈਜ਼ ਕਰਨੇ ਹੋਣਗੇ। ਉਹਨਾਂ ਸਾਰਿਆਂ ਨੂੰ ਤਾਂ ਗ੍ਰੈਜੂਅਲੀ ਖ਼ਤਮ ਹੀ ਕਰਨਾ ਹੋਏਗਾ। ਜਦੋਂ ਅਪਰੋਚ ਇਸ ਕਿਸਮ ਦੀ ਹੋ ਜਾਏ ਫਿਰ ਅਸੀਂ ਇੰਸਟੀਟਿਊਸ਼ਨਸ ਦੇ ਵਿੱਚ ਉਹਦੀ ਕੀ ਪ੍ਰੋਡਿਊਸ ਹੋਏਗਾ ਉਹਦੇ ਵਿੱਚੋਂ। ਸੋ ਉਹੀ ਹੋ ਰਿਹਾ, ਉਹੀ ਉਸ ਕਿਸਮ ਦਾ ਹੀ ਅਪਰੋਚ ਟੋਟਲੀ ਚੇਂਜ ਹੋ ਗਈ ਹੈ ਜਿਹੜੀ
ਸੂਟ ਨਹੀਂ ਕਰਦੀ, ਪਾਰਟਿਕੂਲਰਲੀ ਡਾਇਵਰਸ ਸੋਸਾਇਟੀ ਨੂੰ ਸੂਟ ਨਹੀਂ ਕਰਦੀ। ਸਰ ਸਿੱਖਿਆ ਨੀਤੀ ਦੀ ਗੱਲ ਆਪਾਂ ਕੀਤੀ ਹੈ ਔਰ ਗੱਲਬਾਤ ਸਿੱਖਿਆ ਦੇ ਮਿਆਰ ਦੀ ਵੀ ਕਰ ਲਈਏ। ਜਿਸ ਤਰੀਕੇ ਦੀ ਸਿੱਖਿਆ ਸਕੂਲਾਂ ਜਾਂ ਕਾਲਜਾਂ ਦੇ ਵਿੱਚ ਦਿੱਤੀ ਜਾ ਰਹੀ ਹੈ, ਕਿਉਂਕਿ ਇੱਕ ਘਟਨਾਕ੍ਰਮ ਮੈਂ ਬਿਆਨ ਕਰਾਂਗੀ ਕਿ ਇੱਕ ਮੁੰਡਾ ਕੁੜੀ ਨੂੰ ਮਿਲਣ ਜਾਂਦਾ ਹੈ ਤੇ ਕੁੜੀ ਦੇ ਪਰਿਵਾਰ ਵੱਲੋਂ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਸਿੱਖਿਆ ਤੇ ਸਵਾਲ ਵੀ ਚੁੱਕੇ ਜਾਂਦੇ ਨੇ ਕਿ ਤੁਸੀਂ 10ਵੀਂ ਦੀਆਂ ਕਿਤਾਬਾਂ ਦੇ ਵਿੱਚ ਮਿਰਜ਼ਾ ਤੇ ਸਾਹਿਬਾ ਪੜ੍ਹਾ ਰਹੇ ਹੋ ਤੇ ਬੱਚਿਆਂ ਨੂੰ ਫਿਰ ਕੀ ਸਿੱਖਣ ਨੂੰ ਮਿਲੇਗਾ। ਕੀ ਇਹਨਾਂ ਚੀਜ਼ਾਂ ਦਾ ਪ੍ਰਭਾਵ ਵਾਕਈ ਪੈਂਦਾ, ਵਾਕਈ ਸਿੱਖਿਆ ਦੇ ਵਿੱਚ ਇਹ ਚੀਜ਼ਾਂ ਸ਼ਾਮਿਲ ਹੋਣੀਆਂ ਚਾਹੀਦੀਆਂ ਨੇ ਜਾਂ ਫਿਰ ਇਹ ਇੱਕ ਇਤਿਹਾਸ ਦੇ ਨਾਲ ਜੋੜ ਕੇ ਰੱਖਣ ਦਾ ਇੱਕ ਜ਼ਰੀਆ ਹੈ? ਲਫ਼ਜ਼ਾਂ ਵਿੱਚ ਜਾਈਏ ਤਾਂ ਵਿਦਿਆ ਤੇ ਸਿੱਖਿਆ ਦੇ ਵਿੱਚ ਫਰਕ ਹੈ ਨਾ। ਵਿਦਿਆ ਇੱਕ ਰੈਗੂਲਰ ਐਜੂਕੇਸ਼ਨ ਹੈ ਜਿਹੜੀ ਸਕੂਲ ਲੈਵਲ ਤੇ ਜਾਂ ਕਿਸੇ ਵੀ ਲੈਵਲ ਤੇ ਦਿੱਤੀ ਜਾਂਦੀ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਜਦੋਂ ਤੱਕ ਸਾਡੇ ਸਕੂਲਸ ਜਾਂ ਇੰਸਟੀਟਿਊਸ਼ਨਸ ਨੇ, ਜਿਹੜੇ ਸਕੂਲਸ ਜਾਂ ਕਾਲਜਸ ਜਦੋਂ ਇਹ ਤੱਕ ਨਹੀਂ ਸਨ ਬਣੇ, ਤਾਂ ਉਸ ਤੋਂ ਪਹਿਲਾਂ ਵਿਦਿਆਰਥੀ ਜਿਹੜੇ ਨੇ ਉਹ ਪੜ੍ਹਦੇ ਹੀ ਨਹੀਂ ਸਨ ਜਾਂ ਅਕਲ ਹੀ ਨਹੀਂ ਸੀ ਲੋਕਾਂ ਨੂੰ, ਜਾਂ ਅਸੀਂ ਉਹਨਾਂ ਨੂੰ ਐਜੂਕੇਟਿਡ ਨਹੀਂ ਕਹਿ ਸਕਦੇ। ਉਹ ਠੀਕ ਹੈ, ਇੱਕ ਪਰਟੀਕੁਲਰ ਲਾਈਨਸ ਦੇ ਉੱਤੇ ਦਿੱਤੀ ਜਾਣ ਵਾਲੀ ਐਜੂਕੇਸ਼ਨ ਉਹ ਨਹੀਂ ਸਨ ਲੈਂਦੇ, ਪਰ ਉਹ ਸਿੱਖਿਅਤ ਸਨ, ਉਹ ਸਿਆਣੇ ਸਨ। ਅਸੀਂ ਜਿੰਨਾ ਚਿਰ ਆਪਣੇ ਬੱਚੇ ਨੂੰ ਘਰ 'ਚ ਰੱਖਦੇ ਹਾਂ, ਬਾਹਰ ਨਹੀਂ ਭੇਜਦੇ, ਅਸੀਂ ਉਹਨੂੰ ਬੜਾ ਕੁਝ ਸਿਖਾਉਂਦੇ ਹਾਂ। ਬੜੀਆਂ ਸਾਰੀਆਂ ਇੰਟਰਨੈਸ਼ਨਲ ਸਟੱਡੀਜ਼ ਨੇ ਜਿਹੜੀਆਂ ਇਹ ਕਹਿੰਦੀਆਂ ਨੇ ਕਿ 6 ਸਾਲ ਤੱਕ ਬੱਚਾ ਜ਼ਿਆਦਾ ਕੁਝ ਸਿੱਖ ਲੈਂਦਾ ਹੈ। ਤਾਂ ਉਹ ਆਧਾਰ ਨੇ, ਸਾਰਾ ਕੁਝ ਸਕੂਲਾਂ ਵਿੱਚ ਨਹੀਂ ਸਿਖਾਇਆ ਜਾ ਸਕਦਾ। ਜੇ ਮਿਰਜ਼ਾ ਸਾਹਿਬਾਂ ਨੂੰ ਲੈ ਕੇ ਦੌੜ ਗਿਆ ਸੀ ਤੇ ਮਾਰਿਆ ਵੀ ਗਿਆ ਸੀ, ਤੇ ਇਹ ਵੀ ਤੇ ਉਹਨਾਂ ਨੇ ਪੜ੍ਹਿਆ ਹੀ ਹੋਏਗਾ। ਇਹ ਨਹੀਂ ਗੱਲਾਂ ਹੁੰਦੀਆਂ, ਇਸ ਤਰ੍ਹਾਂ ਦੀਆਂ ਨਹੀਂ ਹੁੰਦੀਆਂ। ਜਿਹੜਾ ਉਹ ਕਿੱਸੇ ਸੀਗੇ ਜਿਹੜੇ, ਉਹ ਉਸ ਜ਼ਮਾਨੇ ਵਿੱਚ ਐਂਟਰਟੇਨਮੈਂਟ ਦਾ ਸਾਧਨ ਕੋਈ ਨਹੀਂ ਸੀ। ਔਰ ਜੇ ਬਹੁਤ ਡੂੰਘਾਈ ਨਾਲ ਦੇਖੀਏ ਤਾਂ ਉਹਨਾਂ ਕਿੱਸਿਆਂ ਦੇ ਵਿੱਚ ਬਹੁਤ ਵਧੀਆ ਲੈਸਨ ਹੁੰਦਾ ਸੀ, ਬੜਾ ਵਧੀਆ ਉਹਦਾ ਵਿੱਚ ਉਹ ਸਿੱਖਿਆ ਦਿੱਤੀ ਗਈ ਹੁੰਦੀ ਸੀ। ਤਾਂ ਇਹ ਇਸ ਤਰ੍ਹਾਂ ਨਹੀਂ ਹੈ, ਇਹਨੂੰ ਮੋਟੇ ਜਿਹੇ ਤੌਰ 'ਤੇ ਅਸੀਂ ਚਲੋ ਇੰਜ ਕਹਿ ਦਿੱਤਾ ਜਾਂਦਾ, ਬਟ ਇਹਨੂੰ ਸਿੱਧਾ ਉਹਦੇ ਨਾਲ ਨਹੀਂ ਜੋੜਿਆ ਜਾ ਸਕਦਾ। ਇੱਕ ਇਨਸਾਨ ਦੀ ਆਪਣੀ ਇਖਲਾਕੀ ਤੌਰ 'ਤੇ, ਸਾਡੇ ਸਮਾਜ ਦਾ ਇਖਲਾਕੀ ਤੌਰ 'ਤੇ ਸਮਾਜ ਕਿੱਥੇ ਖੜ੍ਹਾ ਹੈ ਅਤੇ ਕਿੱਧਰ ਨੂੰ ਜਾ ਰਿਹਾ, ਇਹ ਉਹਨਾਂ ਚੀਜ਼ਾਂ 'ਤੇ ਜ਼ਿਆਦਾ ਡਿਪੈਂਡ ਕਰਦਾ ਹੈ। ਹਾਂ, ਵਿਦਿਆ ਦਾ ਰੋਲ ਤੇ ਵਿੱਚ ਹੁੰਦਾ ਹੈ, ਹੋ ਸਕਦਾ ਹੈ, ਪਰ ਸਿਰਫ ਵਿਦਿਆ ਹੀ ਇਹ ਚੀਜ਼ਾਂ ਨਹੀਂ ਸੈੱਟ ਕਰ ਸਕਦੀ, ਇਹ ਨਹੀਂ ਹੋ ਸਕਦਾ। ਸਰ ਕੋਰੋਨਾ ਕਾਲ ਦੇ ਦੌਰਾਨ ਬੜੇ ਕਰੂਸ਼ਲ 2 ਸਾਲ ਰਹੇ ਨੇ ਸਿੱਖਿਆ ਦੇ ਲਈ, ਭਾਵੇਂ ਉਹ ਸਕੂਲੀ ਸਿੱਖਿਆ ਹੋਵੇ, ਭਾਵੇਂ ਉਹ ਯੂਨੀਵਰਸਿਟੀ ਕਾਲਜ ਲੈਵਲ ਦੀ ਸਿੱਖਿਆ ਹੋਵੇ, ਕਿਉਂਕਿ ਕਲਾਸਾਂ ਨਾਲੋਂ ਟੁੱਟ ਕੇ ਆਨਲਾਈਨ ਘਰ ਦੇ ਵਿੱਚ ਮੋਬਾਈਲ ਰੱਖ ਕੇ, ਲੈਪਟਾਪ ਰੱਖ ਕੇ ਵਰਚੁਅਲੀ ਜਿਹੜੀ ਪੜ੍ਹਾਈ ਕਰਨਾ, ਕੀ ਲੱਗਦਾ ਹੈ ਕਿ ਇਸ ਦੇ ਨਾਲ ਵਾਕਈ ਪੜ੍ਹਾਈ ਹੋਈ ਹੈ ਜਾਂ ਫਿਰ ਵਿਅਕਤੀਗਤ ਤੌਰ 'ਤੇ ਸਮਾਜ ਬੁੱਧੀ ਦੇ ਤੌਰ 'ਤੇ ਬੱਚੇ ਪਿੱਛੇ ਜਾ ਰਹੇ ਨੇ, ਜਾਂ ਫਿਰ ਸਿਰਫ ਇੱਕ ਰਵਾਇਤ ਪੁਗਾਈ ਜਾ ਰਹੀ ਹੈ, ਜਾਂ ਵਾਕਈ ਸੀਰੀਅਸਨੈਸ ਦੇ ਨਾਲ ਵਿਦਿਆਰਥੀ ਵੀ ਪੜ੍ਹ ਰਹੇ ਨੇ ਔਰ ਅਧਿਆਪਕ ਵੀ ਪੜ੍ਹਾ ਰਹੇ ਨੇ? ਨਹੀਂ, ਕਰੋਨਾ ਕਾਲ ਦੇਖੋ ਇੱਕ ਉਹ ਇਹੋ ਜਿਹਾ ਸਮਾਂ ਸੀ ਜਿਹਦੇ ਵਾਸਤੇ ਅਸੀਂ ਪ੍ਰੀਪੇਅਰਡ ਨਹੀਂ ਸੀ। ਜੋ ਤਰੀਕਾ ਲੱਭਿਆ ਉਸ ਤਰੀਕੇ ਨਾਲ ਅਸੀਂ ਕੁਝ ਗੱਲਾਂ ਕੀਤੀਆਂ, ਕੁਝ ਕੰਮ ਕੀਤੇ। ਪੜ੍ਹਨਾ ਵੀ ਉਹਦੇ ਵਿੱਚ ਇੰਝ ਹੀ ਆਉਂਦਾ। ਜਿਹੜੇ ਢੰਗਾਂ ਨਾਲ ਪੜ੍ਹਾਈ ਕਰਨਾ ਜਾਂ ਜਿਹੜੀਆਂ ਚੀਜ਼ਾਂ ਨੂੰ ਦੀ ਵਰਤੋਂ ਅਸੀਂ ਸੋਸ਼ਲ ਮੀਡੀਆ ਦੀ ਅਤੇ ਹੋਰ ਸਾਰੀ ਵਰਤੋਂ ਵਾਸਤੇ ਵਿਦਿਆਰਥੀਆਂ ਨੂੰ ਵਰਜ ਰਹੇ ਸੀ, ਅਸੀਂ ਉਹਨੂੰ ਸਿੱਖਿਆ ਵਾਸਤੇ ਵਰਤਣਾ ਸ਼ੁਰੂ ਕਰ ਦਿੱਤਾ। ਇਹ ਤਾਂ ਆਪਾ ਵਿਰੋਧੀ ਹੈ ਵੈਸੇ ਹੀ, ਪਰ ਸਾਡੇ ਕੋਲ ਹੋਰ ਕੋਈ ਰਾਹ ਨਹੀਂ ਸੀ। ਤਾਂ ਕੁਝ ਨਾ ਕਰਨ ਨਾਲੋਂ ਬਿਹਤਰ ਹੋਇਆ ਕਿ ਕੁਝ ਕੀਤਾ। ਇਹ ਹੁਣ ਥੋੜ੍ਹਾ ਜਿਹਾ ਹੋਰ ਅੱਗੇ ਚੱਲਾਂਗੇ ਤਾਂ ਪਤਾ ਲੱਗੇਗਾ ਕਿ ਜਿਹੜਾ ਕੁਝ ਕੀਤਾ ਉਹ ਕਿਤੇ ਬਹੁਤ ਨੈਗੇਟਿਵ ਤਾਂ ਨਹੀਂ ਹੋ ਗਿਆ। ਇਹ ਸਮਾਂ ਦੱਸੇਗਾ ਕਿ ਕੀ ਹੋਇਆ। ਬਹੁਤ ਬਿਲਕੁਲ ਹੀ ਅੰਦਾਜ਼ਾ ਨਹੀਂ ਸੀ ਕੀਤਾ ਜਾ ਸਕਦਾ ਕਿ ਇਹੋ ਜਿਹਾ ਮਾਹੌਲ ਆਏਗਾ। ਉਹ ਆਇਆ ਅਤੇ ਉਦੋਂ ਜੋ ਵੀ ਸਾਡੇ ਕੋਲ ਸਾਧਨ ਸੀ ਉਹਦੇ ਨਾਲ ਉਹਨੂੰ ਚਲਾਇਆ। ਇਹਨੂੰ ਬਿਲਕੁਲ ਹੀ ਇਸ ਨਾਲ ਇਹਦੇ ਬਰਾਬਰ ਨਹੀਂ ਮੰਨਿਆ ਜਾ ਸਕਦਾ ਕਿ ਪਹਿਲਾਂ ਜੋ ਸਿਸਟਮ ਸਾਡਾ ਚੱਲ ਰਿਹਾ ਸੀ ਕਿ ਉਹਦੇ ਨਾਲ ਇਹਦਾ ਮੁਕਾਬਲਾ ਕਰਕੇ ਕਹੀਏ ਕਿ ਹੁਣ ਬਿਹਤਰ ਹੋ ਗਿਆ ਜਾਂ ਇਹ ਠੀਕ ਹੈ। ਬਿਲਕੁਲ ਵੀ ਨਹੀਂ, ਕਤਈ ਠੀਕ ਨਹੀਂ। ਸਰ ਸਿੱਖਿਆ ਦੇ ਵਿੱਚ ਮਾਤ ਭਾਸ਼ਾ ਦਾ ਹੋਣਾ ਕਿੰਨਾ ਕੁ ਲਾਜ਼ਮੀ ਹੈ? ਕਿਉਂਕਿ ਪੰਜਾਬ ਤੋਂ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਔਰ ਪੰਜਾਬੀ ਦੀ ਹੀ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਇੱਦਾਂ ਦੇ ਕੋਰਸਿਸ ਨੇ ਜਿਹੜੇ ਸਿਰਫ ਅੰਗਰੇਜ਼ੀ ਮਾਧਿਅਮ ਦੇ ਵਿੱਚ ਹੀ ਪੜ੍ਹੇ ਜਾ ਸਕਦੇ ਨੇ, ਉਹਨਾਂ ਦੇ ਲਈ ਹੋਰ ਕੋਈ ਆਲਟਰਨੇਟਿਵ ਨਹੀਂ ਹੈ। ਅਤੇ ਸਿੱਖਿਆ ਦੇ ਵਿੱਚ ਜੇ ਕੋਈ ਬੰਦਾ ਮਾਤ ਭਾਸ਼ਾ ਦੇ ਵਿੱਚ ਪੜ੍ਹਿਆ ਹੋਵੇ, ਜਿਸ ਦਾ ਮੀਡੀਅਮ ਪੰਜਾਬੀ ਹੋਵੇ, ਅੱਗੇ ਜਾ ਕੇ ਉਹਨੂੰ ਇੰਗਲਿਸ਼ ਦੇ ਵਿੱਚ ਪੜ੍ਹਨਾ ਪਵੇ, ਮਾਤ ਭਾਸ਼ਾ ਨੂੰ ਅਹਿਮੀਅਤ ਦੇਣਾ ਕਿੰਨਾ ਕੁ ਜ਼ਰੂਰੀ ਸਿੱਖਿਆ ਦੇ ਲਈ ਬਣ ਜਾਂਦਾ ਹੈ? ਨਹੀਂ, ਜੇ ਸਾਡੇ ਕੋਲ ਕੋਈ ਕੋਰਸਿਸ ਮਾਤ ਭਾਸ਼ਾ 'ਚ ਨਹੀਂ ਹੈਗੇ ਤਾਂ ਸਾਡੀ ਸਿੱਖਿਆ ਸ਼ਾਸਤਰੀਆਂ ਦੀ ਸਾਡੀ ਆਪਣੀ ਨਲਾਇਕੀ ਹੈ ਔਰ ਅਸੀਂ ਇਹ ਧੱਕਾ ਕਰ ਰਹੇ ਹਾਂ, ਜ਼ੁਲਮ ਕਰ ਰਹੇ ਹਾਂ ਆਪਣੇ ਉਹਨਾਂ ਵਿਦਿਆਰਥੀਆਂ 'ਤੇ ਕਿ ਅਸੀਂ ਉਹਨਾਂ ਨੂੰ ਆਪਣੀ ਮਾਤ ਭਾਸ਼ਾ ਦੇ ਵਿੱਚ ਉਹਨੂੰ ਨਹੀਂ ਅਵੇਲੇਬਲ ਕਰਾ ਰਹੇ। ਦੇਖੋ, MIT ਵਰਗੀਆਂ ਜਿਹੜੀਆਂ ਇੰਸਟੀਟਿਊਸ਼ਨਸ ਨੇ ਮੈਸਾਚੂਸੈਟਸ ਵਿੱਚ ਜਿਹੜੀ ਸਥਾਪਿਤ ਹੈ, ਉਹਨਾਂ ਦੀ ਰਿਸਰਚ ਹੈਗੀ ਹੈ, ਉਹ ਦੱਸਦੀ ਹੈ ਕਿ ਜਿਹੜੀ ਐਜੂਕੇਸ਼ਨ ਹੈ ਉਹ ਤਾਂ ਸਾਰੀ ਸਿੱਖਿਆ ਸਾਰੀ ਹੀ ਮਾਤ ਭਾਸ਼ਾ 'ਚ ਹੋਣੀ ਚਾਹੀਦੀ ਹੈ। 20 ਸਾਲ ਦੀ ਉਮਰ ਤੋਂ ਬਾਅਦ
18-19 ਸਾਲ ਦੀ ਉਮਰ ਤੋਂ ਬਾਅਦ ਜਿਹੜਾ ਵਿਦਿਆਰਥੀ ਹੈ ਕੋਈ ਵੀ ਬਗਾਨੀ ਭਾਸ਼ਾ ਨੂੰ ਹੋਰ ਭਾਸ਼ਾ ਨੂੰ ਕੌਮਾਂਤਰੀ ਕਹਿ ਲਈਏ ਉਹਨੂੰ ਬੜਾ ਸੌਖਾ ਸਿੱਖ ਸਕਦਾ। ਤੋ ਇਹਦੇ ਵਿੱਚ ਇਹ ਨਹੀਂ ਹੈ ਕਿ ਵੀ ਉਹਨੂੰ ਭਾਸ਼ਾ ਆਏਗੀ ਨਹੀਂ ਜਾਂ ਉਹਨੂੰ ਇੱਕ ਪਾਰਟੀਕੂਲਰ ਮਾਂ ਬੋਲੀ ਦਾ ਆਪਣਾ ਜਿਹੜਾ ਮਹੱਤਵ ਹੈ ਉਹ ਮਾਂ ਬੋਲੀ ਦੇ ਵਿੱਚ ਹੀ ਉਹਨੂੰ ਸਾਰੀ ਐਜੂਕੇਸ਼ਨ ਦਿੱਤੀ ਜਾਏ ਅਤੇ ਬਾਅਦ ਦੇ ਵਿੱਚ ਜਦੋਂ ਉਹ ਗਰੋ ਕਰ ਜਾਂਦਾ ਹੈ 18-19 ਸਾਲ ਦੀ ਉਮਰ ਵਿੱਚ ਆਉਂਦਾ ਅਤੇ ਉਹਨੂੰ ਦੂਜੀ ਭਾਸ਼ਾ ਸਿਖਾਈ ਜਾ ਸਕਦੀ ਹੈ, ਤੀਜੀ ਭਾਸ਼ਾ ਜਾਂ ਕੋਈ ਵੀ ਭਾਸ਼ਾ ਉਹ ਸਿਖਾਈ ਜਾ ਸਕਦੀ ਹੈ ਕਿ ਤੁਸੀਂ ਅੰਗਰੇਜ਼ੀ ਸਿੱਖ ਲਓ ਜਾਂ ਫਰੈਂਚ ਸਿੱਖ ਲਓ ਜਾਂ ਜਰਮਨ ਸਿੱਖ ਲਓ, ਉਹ ਵਾਲੀ ਭਾਸ਼ਾ ਜਿਹਦੇ ਵਿੱਚ ਸਾਨੂੰ ਲੱਗਦਾ ਕਿ ਸ਼ਾਇਦ ਇਹਦੇ 'ਚ ਰੁਜ਼ਗਾਰ ਦੇ ਵਸੀਲੇ ਜ਼ਿਆਦਾ ਹੋਣਗੇ। ਤਾਂ ਉਹ ਆਪਣੀ ਸਾਰੀ ਜਿਹੜੀ ਸਮਝ ਹੈ ਉਹਨੂੰ ਟਰਾਂਸਲੇਟ ਕਰ ਲਏਗਾ, ਕਨਵਰਟ ਕਰ ਲਏਗਾ। ਮੈਂ ਇਹਨੂੰ ਸਿਰਫ ਟਰਾਂਸਲੇਸ਼ਨ ਵੀ ਨਹੀਂ ਕਹਿੰਦਾ, ਉਹ ਕਨਵਰਸ਼ਨ ਵੀ ਕਰ ਲਏਗਾ। ਇਹ ਪੋਸੀਬਿਲਿਟੀ ਹੈਗੀ ਹੈ ਐਂਡ ਇੰਝ ਹੁੰਦਾ ਮੇਰੇ ਆਪਣੇ ਨਾਲ ਹੋਇਆ ਹੈ। ਮੈਂ ਪੰਜਾਬੀ ਵਿੱਚ ਸਾਰੀ ਐਜੂਕੇਸ਼ਨ ਲਈ, ਜਦੋਂ ਕਾਲਜ ਵਿੱਚ ਸੀ ਗ੍ਰੈਜੂਏਸ਼ਨ ਸੈਕਿੰਡ ਈਅਰ ਦੇ ਵਿੱਚ ਜਾ ਕੇ ਮੈਨੂੰ ਲੱਗਿਆ ਵੀ ਨਹੀਂ ਇਹ ਮੈਨੂੰ ਤਾਂ ਅੰਗਰੇਜ਼ੀ ਵਿੱਚ ਆਉਣੀ ਚਾਹੀਦੀ ਹੈ ਐਂਡ ਆਈ ਸਡਨਲੀ ਸਵਿਚਡ ਓਵਰ ਟੂ ਇੰਗਲਿਸ਼। ਤੋ ਇੰਗਲਿਸ਼ ਮੀਡੀਅਮ ਵੀ ਠੀਕ ਸੀ, ਮੇਰੀ ਪੰਜਾਬੀ ਭਾਸ਼ਾ ਵੀ ਠੀਕ ਹੈ ਐਂਡ ਆਈ ਕੈਨ ਵਰਕ ਦੇਅਰ ਆਲਸੋ। ਜਦੋਂ 94 'ਚ ਮੈਂ ਸਿਵਲ ਸਰਵਿਸਿਜ਼ ਦਾ ਇਮਤਿਹਾਨ ਦਿੱਤਾ ਹੈ, ਮੈਨੂੰ ਕੋਈ ਇਹੋ ਜਿਹੀ ਦਿੱਕਤ ਨਹੀਂ ਆਈ ਕਿ ਮੈਂ ਕਦੋਂ ਸਵਿਚ ਓਵਰ ਕੀਤਾ ਜਾਂ ਕਦੋਂ ਨਹੀਂ ਕੀਤਾ। ਸੋ ਤੁਹਾਡੀ ਪ੍ਰੀਪੇਅਰਡਨੈਸ ਦੀ ਗੱਲ ਹੈ। ਇਸੇ ਕਰਕੇ ਹੀ ਮੈਂ ਜਿਹੜੀ ਇਹ ਸਿੱਖਿਆ ਨੀਤੀ ਹੈ ਇਹ ਜਿਹੜੀ ਅਸੀਂ 35 ਸਾਲ ਪੁਰਾਣੀ ਕਹਿ ਰਹੇ ਹਾਂ, ਮੈਨੂੰ ਇਹਦੇ ਵਿੱਚ ਲੱਗਦਾ ਕਿ ਵੀ ਨਹੀਂ ਇਹ ਬਿਹਤਰ ਹੈ। ਤੋ ਕਿਉਂਕਿ ਮੇਰੇ ਕੋਲ ਆਪਣੀ ਉਦਾਹਰਣ ਹੈ, ਮੈਨੂੰ ਆਪਣੀਆਂ ਸਮਰੱਥਾਵਾਂ ਦਾ ਪਤਾ ਸੀ, ਵਿਦਿਆਰਥੀਆਂ ਦੀ, ਤੁਹਾਡੇ ਵਰਗੇ ਵਿਦਿਆਰਥੀਆਂ ਦੀ ਸਾਰੀਆਂ ਮੇਰੇ ਸਾਹਮਣੇ ਉਦਾਹਰਨਾਂ ਨੇ। ਤੋ ਜਿਹੜੀ ਨਵੀਂ ਗੱਲ ਹੈ, ਨਵੀਂ ਗੱਲ ਦੇ ਵਿੱਚ ਉਸ ਤਰ੍ਹਾਂ ਦੀ ਜਿਹੜੀ ਟ੍ਰਾਂਜੀਸ਼ਨ ਹੈ ਜਾਂ ਉਹ ਚੀਜ਼ਾਂ ਨਹੀਂ ਨਜ਼ਰ ਆ ਰਹੀਆਂ, ਨਹੀਂ ਸਮਝ ਆ ਰਹੀਆਂ, ਨਹੀਂ ਲੱਗਦਾ ਕਿ ਉਹ ਇਸ ਤਰੀਕੇ ਨਾਲ ਕਨਵਰਸ਼ਨ ਕਰ ਸਕਣਗੀਆਂ, ਚੇਂਜ ਕਰ ਸਕਣਗੀਆਂ ਜਾਂ ਵਿਦਿਆਰਥੀ ਨੂੰ ਬਣਾ ਸਕਣਗੀਆਂ। ਸਰ ਦੋ ਭਾਗਾਂ ਦੇ ਵਿੱਚ ਆਪਾਂ ਵੰਡ ਸਕਦੇ ਹਾਂ ਵਿਦਿਅਕ ਅਦਾਰਿਆਂ ਨੂੰ, ਇੱਕ ਪ੍ਰਾਈਵੇਟ ਤੇ ਇੱਕ ਸਰਕਾਰੀ। ਜਦੋਂ ਸਕੂਲਾਂ ਦੀ ਗੱਲ ਕਰੀਏ ਤਾਂ ਬਹੁਤ ਗਿਣਤੀ ਮਾਪੇ ਜਿਹੜੇ ਨੇ ਕਨਵੈਂਟ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜਿਹੜਾ ਹੈ ਪੜ੍ਹਾਉਣਾ ਚਾਹੁੰਦੇ ਨੇ। ਉਹਨਾਂ ਕਨਵੈਂਟ ਸਕੂਲ ਦੇ ਵਿੱਚ ਪੜ੍ਹਨ ਔਰ ਚੰਗੀ ਜਿਹੜੀ ਸਿੱਖਿਆ ਉਹ ਹਾਸਲ ਕਰਨ, ਪਰ ਨੌਕਰੀ ਸਰਕਾਰੀ ਚਾਹੁੰਦੇ ਨੇ। ਕੀ ਕਾਰਨ ਨੇ ਕਿ ਸਰਕਾਰੀ ਸਕੂਲ ਦੀ ਬਜਾਏ ਪ੍ਰਾਈਵੇਟ ਸਕੂਲ ਪਰ ਨੌਕਰੀ ਸਰਕਾਰੀ? ਦੇਖੋ ਇਹਦੇ ਵਿੱਚ ਸਮਾਜਿਕ ਜਿਹੜੀ ਸੋਚ ਹੈ ਉਹ ਜ਼ਿਆਦਾ ਹੈ। ਸਾਨੂੰ ਇੱਕ ਇਹ ਲੱਗਦਾ ਹੈ ਕਿ ਦਬਦਬਾ ਹੁੰਦਾ ਹੈ, ਸਾਨੂੰ ਅੰਗਰੇਜ਼ੀ ਭਾਸ਼ਾ ਦਾ ਦਬਦਬਾ ਲੱਗਦਾ ਹੈ। ਫਿਰ ਸਾਨੂੰ ਇਹ ਲੱਗਦਾ ਕਿ ਪ੍ਰਾਈਵੇਟ ਸਕੂਲ ਵਿੱਚ ਅੰਗਰੇਜ਼ੀ ਜ਼ਿਆਦਾ ਵਧੀਆ ਪੜ੍ਹਾਈ ਜਾਂਦੀ ਹੈ ਸ਼ਾਇਦ, ਠੀਕ ਹੈ। तो सरकारी लफज़ ही पंजाबी च है, प्राइवेट लफज़ ही अंग्रेज़ी च है। तो इस तरह का करके हालांकि बड़ा क्लीयर है कि जोड़े प्राइवेट स्कूल्स ने उन्होंने टीचर्स घट क्वालीफाइड ने और सरकारी स्कूलों के टीचर्स ज़्यादा क्वालीफाइड ने, पर उसके बावजूद इस तरह का दबदबा, यह समाजिक दबदबे ने। सच इन्होंने सच इस करके है कि उत्थों तवक्को भी रखते हैं, आस भी रखते हैं तो उन्होंने पूरा भी कर लेंगे ने। सरकारी नौकरी इस करके है कि सरकारी नौकरी दे विच जिहड़ा सिक्योरिटी हुंदी है, सिर्फ इस करके। जे प्राइवेट नौकरियां विच होएगी उस किस्म का मुकाबला हो सकता होएगा तो फिर प्राइवेट भी करनगे। हाले इस वेले तो कोई मुकाबला नहीं है उस किस्म का, जदों जॉब सिक्योरिटी नहीं है तो फिर नहीं। हुण सरकारी नौकरियां विच भी जदों जॉब सिक्योरिटी घटेगी तो फिर प्राइवेट भी उन्ने इंपॉर्टेंट ਹੁੰਦੀਆਂ ਜਾਣਗੀਆਂ। ਸਰ ਮੇਰਾ ਕਹਿਣ ਦਾ ਮਤਲਬ ਇਹ ਸੀਗਾ ਕਿ ਸਰਕਾਰੀ ਨੌਕਰੀ 'ਚ ਠੀਕ ਹੈ ਸਿਕਿਉਰਿਟੀ ਹੁੰਦੀ ਹੈ, ਪਰ ਮੇਰਾ ਕਹਿਣ ਦਾ ਮਤਲਬ ਇਹ ਸੀਗਾ ਕਿ ਸਰਕਾਰੀ ਸਕੂਲ ਦੀ ਬਜਾਏ ਪ੍ਰਾਈਵੇਟ ਸਕੂਲਾਂ 'ਚ ਪੜ੍ਹਨਾ ਪਸੰਦ ਹੈ। ਸਰਕਾਰੀ ਸਕੂਲਾਂ 'ਚ ਇਹੋ ਜਿਹੀਆਂ ਕੀ ਖਾਮੀਆਂ ਨੇ ਕਿ ਸਰਕਾਰੀ ਸਕੂਲਾਂ ਦੇ ਵੱਲ ਜਿਹੜਾ ਖਿੱਚ ਦਾ ਕੇਂਦਰ ਮਾਪੇ ਨੇ ਉਹ ਨਹੀਂ ਬਣ ਸਕਦੇ? ਮਾਪੇ ਅਸਲ 'ਚ ਉਹਦਾ ਰੀਜ਼ਨ ਐਕੈਡੈਮਿਕ ਨਹੀਂ ਹੈਗਾ, ਉਹਦਾ ਰੀਜ਼ਨ ਸਮਾਜਿਕ ਹੈ, ਸੋਸ਼ਲ ਉਹ ਹੈ। ਉਹ ਗੱਲ ਉਹੀ ਭਾਸ਼ਾ ਦੀ ਵੀ ਆਉਂਦੀ ਹੈ। ਉਹ ਜ਼ਿਆਦਾ ਸਭ ਤੋਂ ਜਿਹੜੀ ਅਹਿਮ ਗੱਲ ਹੈ ਉਹ ਇਹ ਹੈ ਕਿ ਉਹਨਾਂ ਨੂੰ ਲੱਗਦਾ ਕਿ ਪ੍ਰਾਈਵੇਟ ਸਕੂਲਸ ਦੇ ਵਿੱਚ ਅੰਗਰੇਜ਼ੀ ਬਿਹਤਰ ਪੜ੍ਹਾਈ ਜਾਂਦੀ ਹੈ ਅਤੇ ਉਹਨਾਂ ਦਾ ਜਿਹੜਾ ਐਕਟੀਵਿਟੀਜ਼ ਨੇ ਉਹ ਇੱਕ ਸੈੱਟ ਸਰਕਾਰੀ ਜਿਹੜਾ ਸਿਲੇਬਸ ਹੈ, ਪਾਠਕ੍ਰਮ ਨੇ ਜਿਹੜੇ ਵੀ ਉਹਨਾਂ ਤੋਂ ਹਟ ਕੇ ਕੁਛ ਐਕਸਟਰਾ ਵੀ ਕਰਾਇਆ ਜਾ ਰਿਹਾ। ਤੋ ਇਸ ਗੱਲ ਕਰਕੇ ਸ਼ੋਅ ਆਫ ਬਿਹਤਰ ਕੀਤਾ ਜਾਂਦਾ। ਸੋ ਇਹ ਹੈ। ਹੁਣ ਸਰਕਾਰੀ ਸਕੂਲਸ ਜਿਹੜੇ ਹੈਗੇ ਨੇ, ਸਰਕਾਰੀ ਜਿੰਨੇ ਵੀ ਨੇ, ਉਹਨਾਂ ਦੇ ਵਿੱਚ ਕਿਉਂਕਿ ਪਿੰਡਾਂ ਤੋਂ ਬਹੁਤ ਸਾਰੇ ਵਿਦੇਸ਼ ਗਏ ਹੋਏ ਨੇ, ਆਪਣੇ ਪਿੰਡਾਂ ਦੇ ਵਿੱਚ ਇਨਵੈਸਟ ਕੀਤਾ ਵਿਦੇਸ਼ੀਆਂ ਨੇ ਅਤੇ ਕਾਫੀ ਅੱਛੇ ਹੋ ਰਹੇ ਨੇ ਅਤੇ ਫਰਕ ਵੀ ਹੈ। ਐਜੂਕੇਸ਼ਨ ਦਾ ਲੈਵਲ ਉਸ ਤਰ੍ਹਾਂ ਦਾ ਹੋ ਰਿਹਾ। ਸਾਡੇ ਟੀਚਰਸ ਜਿਹੜੇ ਸਰਕਾਰੀ ਨੇ ਉਹ ਜ਼ਿਆਦਾ ਕੁਆਲੀਫਾਈਡ ਨੇ ਅਤੇ ਰਿਜ਼ਲਟਸ ਵੀ ਹੌਲੀ ਹੌਲੀ ਦਿਸਣਗੇ। ਉਹੀ ਹੈ ਕਿ ਜਿਹੜਾ ਸੋਸ਼ਲ ਸਟ੍ਰੇਟਾ ਹੀ ਜੇ ਸਰਕਾਰੀ ਸਕੂਲ 'ਚ ਮਾੜਾ ਜਾਏਗਾ ਤਾਂ ਰਿਜ਼ਲਟਸ ਵੀ ਮਾੜੇ ਆਉਣਗੇ। ਸੋ ਇਸ ਤਰ੍ਹਾਂ ਕਰਕੇ ਇੱਕ ਗੈਪ ਬਣ ਜ਼ਰੂਰ ਗਿਆ ਔਰ ਪਰ ਇਹਦਾ ਰੀਜ਼ਨ ਸੋਸ਼ਲ ਹੈ, ਸਮਾਜਿਕ ਹੈ, ਸਮਾਜਿਕ ਸੋਚ ਹੈ, ਇਹਦਾ ਰੀਜ਼ਨ ਐਕੈਡੈਮਿਕ ਨਹੀਂ।
ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਜੁੜਨ ਲਈ। ਇਹ ਸਨ ਸਾਡੇ ਨਾਲ ਰਮਿੰਦਰਜੀਤ ਵਾਸੂ, ਜਿਨ੍ਹਾਂ ਦੇ ਨਾਲ ਅਸੀਂ ਆਧੁਨਿਕ ਸਿੱਖਿਆ ਨੀਤੀ, ਭਾਰਤੀ ਸਿੱਖਿਆ ਨੀਤੀ ਦੇ ਬਾਰੇ ਗੱਲਬਾਤ ਕੀਤੀ ਹੈ ਕਿ ਆਖਿਰਕਾਰ ਕਿਉਂ ਭਾਰਤੀ ਸਿੱਖਿਆ ਨੀਤੀ ਤੋਂ ਜਿਹੜੇ ਵਿਦਿਆਰਥੀ ਨੇ ਉਹ ਸੰਤੁਸ਼ਟ ਨਹੀਂ ਨੇ, ਔਰ ਵਿਦਿਆਰਥੀ ਆਪਣਾ ਉਹ ਮੰਤਵ ਭਾਰਤ ਦੇ ਵਿੱਚ ਨਹੀਂ ਲੱਭ ਸਕਦੇ ਜੋ ਵਿਦੇਸ਼ਾਂ ਦੇ ਵਿੱਚ ਜਾ ਕੇ ਪੂਰਾ ਕਰ ਰਹੇ ਨੇ। ਔਰ ਸਿੱਖਿਆ ਨੀਤੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਕੀ ਖਾਮੀਆਂ ਨੇ, ਕੀ ਪੋਜ਼ਿਟਿਵ ਐਸਪੈਕਟਸ ਨੇ, ਅਸੀਂ ਬਾਖੂਬੀ ਇਹਨਾਂ ਤੋਂ ਜਾਣਿਆ ਹੈ। ਔਰ ਹੋਰ ਵੀ ਐਪੀਸੋਡਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਵਾਂਗੇ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ ਟੀਵੀ। ਧੰਨਵਾਦ।